ਪ੍ਰਭ ਦੀ। ਜੀ 1322 ਅੰਗ ਤੇ ਵਾਹਿਗੁਰੂ ਸੇਵਾ ਲੈਣਗੇ। ਵਾਹਿਗੁਰੂ ਵਾਹਿਗੁਰੂ 1322 ਅੰਗ ਤੇ ਗੁਰੂ ਸਾਹਿਬ ਸੇਵਾ ਲੈਣਗੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਉਹ ਇੱਕ ਹੀ ਹੈ, ਸਾਰੀ ਦੀਨ ਦੁਨੀਆ ਦਾ ਮਾਲਕ, ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ। ਤੇ ਉਸ ਇੱਕ ਨੂੰ ਹੀ ਆਪਾਂ ਮਿਲਣਾ ਹੈ। ਤੇ ਮਿਲਣਾ ਕਿਵੇਂ ਹੈ? ਸਤਿਗੁਰ ਤੋਂ ਪ੍ਰਸਾਦ ਲੈ ਕੇ, ਸਤਿਗੁਰ ਤੋਂ ਸਿੱਖਿਆ ਲੈ ਕੇ, ਉਪਦੇਸ਼ ਲੈ ਕੇ, ਹਿਰਦੇ ਵਿੱਚ ਵਸਾ ਕੇ, ਸੱਤ ਸੱਤ ਕਰਕੇ ਮੰਨ ਕੇ ਫਿਰ ਇੱਕ ਨਾਲ ਮਿਲਿਆ ਜਾਣਾ। ਅੱਗੇ ਗੁਰੂ ਸਾਹਿਬ ਸਮਝਾਉਣਾ ਕਰਦੇ ਆ। ਤੇਰਾ ਮਾਣ ਹਰ ਹਰ ਮਾਣ, ਹੇ ਹਰੀ ਤੇਰੇ ਬਖਸ਼ੇ ਪਿਆਰ ਦੀ ਬਰਕਤ ਨਾਲ, ਹੇ ਹਰੀ ਤੇਰੇ ਦਿੱਤੇ ਪ੍ਰੇਮ ਦੇ ਰਾਹੀਂ। ਵਾਹਿਗੁਰੂ ਤੂੰ ਇਹ ਪਿਆਰ ਬਖਸ਼ਦਾ, ਵਾਹਿਗੁਰੂ ਤੂੰ ਇਹ ਪ੍ਰੇਮ ਦਿੰਦਾ, ਵਾਹਿਗੁਰੂ 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 ਤੇਰੇ ਬਖਸ਼ੇ ਪ੍ਰੇਮ ਨਾਲ। ਫਿਰ ਅੱਗੇ ਗੁਰੂ ਸਾਹਿਬ ਦੱਸਦੇ ਕੀ ਕਰਦਾ। ਨੈਣ ਬੈਣ ਸਰਵਣ ਸੁਣਿਐ, ਅੰਗ ਅੰਗੇ ਸੁਖ ਪ੍ਰਾਣ ਰਹਾਓ। ਤੇਰੇ ਦਿੱਤੇ ਪਿਆਰ ਨਾਲ ਵਾਹਿਗੁਰੂ ਅੱਖਾਂ ਨਾਲ ਤੇਰਾ ਦਰਸ਼ਨ ਹਰ ਥਾਂ ਕਰੀਦਾ ਹੈ। ਤੇਰੀ ਬਖਸ਼ਿਸ਼ ਨਾਲ, ਤੇਰੀ ਕਿਰਪਾ ਨਾਲ, ਜੀਵ ਨਾਲ ਤੇਰੀ ਸਿਫਤ ਸਲਾਹ ਕਰੀਦੀ ਹੈ। ਅੱਖਾਂ ਨਾਲ ਤੈਨੂੰ ਹਰ ਥਾਂ ਦੇਖੀਦਾ, ਬਚਨਾਂ ਨਾਲ ਤੇਰੀ ਹਰ ਥਾਂ ਸਿਫਤ ਸਲਾਹ ਕਰੀਦੀ ਹੈ, ਕੰਨਾਂ ਨਾਲ ਤੇਰੀ ਸਿਫਤ ਸਲਾਹ ਸੁਣੀਦੀ ਹੈ। ਤੇਰੇ ਪਿਆਰ ਕਰਕੇ, ਤੇਰੀ ਬਖਸ਼ਿਸ਼ ਕਰਕੇ ਵਾਹਿਗੁਰੂ ਹਰੇਕ ਅੰਗ ਵਿੱਚ, ਹਰੇਕ ਸਾਹ ਦੇ ਨਾਲ ਆਨੰਦ ਪ੍ਰਾਪਤ ਹੁੰਦਾ ਹੈ। ਰਹਾਓ। ਵਾਹ ਵਾਹ। ਆਨੰਦ ਕਦੋਂ ਪ੍ਰਾਪਤ ਹੋਊਗਾ ਸੰਗਤ ਜੀ? ਜਦੋਂ ਇਹਨਾਂ ਅੱਖਾਂ ਨਾਲ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਣ ਕਣ ਵਿੱਚ ਦੇਖਾਂਗੇ, ਉਸ ਰਾਮ ਨੂੰ ਰਮੇ ਹੋਏ ਨੂੰ ਦੇਖਾਂਗੇ ਜ਼ਰੇ ਜ਼ਰੇ ਵਿੱਚ, ਜੀਵ ਨਾਲ ਉਸ ਦੀ ਸਿਫਤ ਸਲਾਹ ਕਰਾਂਗੇ। ਤੂੰ ਬਹੁਤ ਵੱਡਾ ਹੈ, ਤੂੰ ਬੇਅੰਤ ਹੈ, ਤੂੰ ਅਗਮ ਹੈ। ਵਾਹ ਵਾਹ ਕਰਾਂਗੇ। ਕੰਨਾਂ ਨਾਲ ਉਸ ਦੀ ਸਿਫਤ ਸਲਾਹ ਸੁਣਾਂਗੇ, ਉਸ ਦੀ ਵਾਹ ਵਾਹ ਸੁਣਾਂਗੇ। ਇਹ ਕੰਨਾਂ ਨਾਲ ਨਿੰਦਿਆ ਚੁਗਲੀ ਬੰਦ ਕਰਾਂਗੇ ਤੇ ਉਸ ਇੱਕ ਦੀ ਵਾਹ ਵਾਹ ਸੁਣਾਂਗੇ। ਫਿਰ ਗੁਰੂ ਸਾਹਿਬ ਕਹਿੰਦੇ ਆਨੰਦ ਪ੍ਰਾਪਤ ਹੁੰਦਾ ਹੈ। ਇਤ ਉਤ ਦਹਿ ਦਿਸ ਰਵਿਓ ਮੇਰੇ ਤਿਨੈ ਸਮਾਨ। ਪ੍ਰਭੂ ਤੋਂ ਮਿਲੇ ਪਿਆਰ ਦੀ ਬਰਕਤ ਨਾਲ ਉਹ ਪ੍ਰਭੂ ਹਰ ਥਾਂ ਦਸੀਂ ਪਾਸੀਂ ਵਿਆਪਕ ਦਿਸ ਪੈਂਦਾ ਹੈ। ਸੁਮੇਰ ਪਰਬਤ ਵਿੱਚ ਵੀ ਤੇ ਤੀਲੇ ਵਿੱਚ ਇੱਕੋ ਜਿਹਾ। ਗੁਰੂ ਸਾਹਿਬ ਕਹਿੰਦੇ ਜਦੋਂ ਉਹ ਤੋਂ ਪਿਆਰ ਮਿਲਦਾ, ਉਸ ਪਰਮਾਤਮਾ ਨਾਲ ਪਿਆਰ ਪੈ ਜਾਂਦਾ, ਫਿਰ ਉਹ ਦਸੀਂ ਪਾਸਿਓਂ ਆਪ ਹੀ ਦਿਸਦਾ। ਜਦੋਂ ਉਹਦੇ ਨਾਲ ਪਿਆਰ ਪੈ ਜਾਂਦਾ, ਫਿਰ ਉਹਦੇ ਤੋਂ ਬਿਨਾਂ ਤੁਧ ਬਿਨ ਕੋਈ ਨਾ ਹੈ, ਤੇਰੇ ਤੋਂ ਬਿਨਾਂ ਤਾਂ ਹੈ ਹੀ ਨਹੀਂ ਵਾਹਿਗੁਰੂ ਕੋਈ। ਵੈਰੀ ਮੀਤ ਸਮਾਨ ਲੱਗਣ ਲੱਗ ਜਾਂਦੇ। ਵੈਰੀ 'ਚ ਵੀ ਤੂੰ ਦਿਸਦਾ, ਮਿੱਤਰ 'ਚ ਵੀ ਤੂੰ ਦਿਸਦਾ। ਇਹ ਤਾਂ ਤੇਰਾ ਮੇਰਾ ਸਾਡੀਆਂ ਹੁਣ ਬਣਾਈਆਂ ਮੇਰਾ ਵੈਰ ਹੀ ਹੈ, ਮੈਂ ਨਹੀਂ ਇਹਦੇ ਨਾਲ ਬੋਲਣਾ, ਇਹਨੇ ਐਂ ਕੀਤਾ ਸੀ, ਆਹ ਮੇਰਾ ਮਿੱਤਰ ਹੈ। ਜਦੋਂ ਤੇਰੇ ਨਾਲ ਪਿਆਰ ਪੈ ਜਾਂਦਾ ਵਾਹਿਗੁਰੂ, ਫਿਰ ਸਾਰੇ ਪਾਸੇ ਦਸੀਂ ਪਾਸੇ ਤੂੰ ਹੀ ਤੂੰ ਦਿਸਦਾ। ਸਮੇਰ ਪਰਬਤ ਵਿੱਚੋਂ ਵੀ ਤੂੰ ਦਿਸਦਾ ਤੇ ਤੀਲੇ ਵਿੱਚੋਂ ਵੀ ਇੱਕੋ ਜਿਹਾ, ਇੱਕ ਸਮਾਨ ਦਿਸਣ ਲੱਗ ਪੈਂਦਾ। ਜਤ ਕਤਾ ਤਤ ਪੇਖੀਏ ਹਰ ਪੁਰਖ ਪਤ ਪ੍ਰਧਾਨ। ਉਹ ਪ੍ਰਧਾਨ ਪੁਰਖ, ਉਹ ਸਾਰੇ ਜੀਵਾਂ ਦਾ ਮਾਲਕ ਹਰੀ ਹਰ ਥਾਂ ਵਸਦਾ ਦਿਸਣ ਲੱਗ ਪੈਂਦਾ। ਪਰ ਕਦੋਂ ਲੱਗ ਪੈਂਦਾ? ਜਦੋਂ ਉਸ ਨਾਲ ਪਿਆਰ ਪੈ ਜਾਂਦਾ, ਜਦੋਂ ਅੰਦਰ ਨਾਮ ਆ ਜਾਂਦਾ, ਫਿਰ ਉਹ ਪ੍ਰਧਾਨ ਪੁਰਖ ਸਾਰੇ ਜੀਵਾਂ ਵਿੱਚ ਇੱਕ ਸਮਾਨ ਹੈ। ਤਾਂ ਸਾਰਿਆਂ ਵਿੱਚ ਹੀ ਇੱਕ ਸਮਾਨ, ਸਰਗੁਣ ਸਰੂਪ ਵਿੱਚ ਸਾਰਿਆਂ ਵਿੱਚ ਹੀ ਵਿਆਪਕ ਹੈ। ਪਰ ਹਜੇ ਦਿਸਣ ਵਾਲੀ ਅੱਖ ਨਹੀਂ ਖੁੱਲ੍ਹੀ, ਮਨ ਦੀ ਅੱਖ ਨਾਲ ਦੇਖਿਆ ਜਾਣਾ। ਇਹ ਅੱਖਾਂ ਨਾਲ ਤਾਂ ਹੋਰ ਬਹੁਤ ਕੁਛ ਦੇਖਦੇ ਆ ਨਾ, ਇਹ ਅੱਖਾਂ ਨੂੰ ਗਲਤ ਦੇਖਣ ਦਾ ਚਸਕਾ ਲੱਗਿਆ ਹੋਇਆ। ਫਿਰ ਇਹਨਾਂ ਨਾਲ ਪਰਮਾਤਮਾ ਕਣ ਕਣ ਵਿੱਚ ਨਹੀਂ ਨਾ ਦੇਖਿਆ ਜਾਂਦਾ। ਫਿਰ ਉਹ ਮਨ ਦੀ ਅੱਖ ਖੁੱਲ੍ਹਦੀ ਹੈ, ਫਿਰ ਉਹ ਰਾਮ ਜਰੇ ਜਰੇ ਵਿੱਚ ਰਮਿਆ ਹੋਇਆ ਫਿਰ ਦਿਸਣ ਲੱਗ ਪੈਂਦਾ। ਵਾਹਿਗੁਰੂ ਵਾਹਿਗੁਰੂ। ਸਾਧ ਸੰਗ ਭ੍ਰਮ ਭੈ ਮਿਟੇ, ਕਥੇ ਨਾਨਕ ਬ੍ਰਹਮ ਗਿਆਨ। ਗੁਰੂ ਸਾਹਿਬ ਕਹਿੰਦੇ ਸਾਧ ਸੰਗਤ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕੀਤਿਆਂ ਸਾਰੇ ਭਰਮ, ਸਾਰੇ ਡਰ ਮਿਟ ਜਾਂਦੇ ਹਨ। ਵਾਹਿਗੁਰੂ। ਕਿਹੜੀ ਸਾਧ ਸੰਗਤ ਕੀਤਿਆਂ ਡਰ ਮਿਟਦੇ ਆ, ਭਰਮ ਨਿਕਲਦੇ ਆ? ਜਿੱਥੇ ਉਸ ਇੱਕ ਦੀ ਗੱਲ ਹੋਵੇ। ਨਹੀਂ ਸਾਧ ਸੰਗਤ ਅੱਜ ਆਪਾਂ ਬਹੁਤ ਕਰੀ ਜਾਂਦੇ ਹਾਂ,
ਸੁਣਦੇ ਆ ਕਦੇ ਕਿੱਥੇ ਸੰਗਤ ਲੱਗੀ ਹੈ, ਕਦੇ ਕਿੱਥੇ ਸੰਗਤ ਲੱਗੀ ਹੈ, ਫਲਾਣੇ ਥਾਂ ਸੰਗਤ ਤੇ ਚੱਲਿਆ। ਪਰ ਉਹ ਕਿਹੜੀ ਸੰਗਤ ਜਿਹਦੇ ਨਾਲ ਭਰਮ ਤੇ ਡਰ ਮਿਟ ਜਾਂਦੇ ਹੈ? ਉਹ ਸੰਗਤ ਉਸ ਇੱਕ ਅਕਾਲ ਪੁਰਖ ਪਰਮਾਤਮਾ ਦੀ। ਸਤ ਸੰਗ ਐਸੀ ਜਾਣੀਏ ਜਿੱਥੇ ਇੱਕੋ ਨਾਮ ਵਖਿਆਣੀ, ਜਿੱਥੇ ਉਸ ਇੱਕ ਦੀ ਸਿਫਤ ਸਲਾਹ ਹੋਵੇ, ਜਿੱਥੇ ਉਸ ਇੱਕ ਦੀ ਗੱਲ ਹੋਵੇ, ਜਿੱਥੇ ਇੱਕ ਦੇ ਗੁਣਗਾਨ ਗਾਏ ਜਾਂਦੇ ਹੋਣ। ਐਸੀ ਸਾਧ ਸੰਗਤ ਵਿੱਚ ਡਰ ਤੇ ਭਰਮ ਨਿਕਲਦੇ ਹੈ। ਜਿਹੜੀਆਂ ਸਾਧ ਸੰਗਤ ਵਿੱਚ ਆਪਦੇ ਨਾਲ ਜੁੜੇ ਜਾਂਦੇ ਉਹਦੇ ਵਿੱਚ ਤਾਂ ਭਰਮ ਪੈਂਦੇ ਹੈ ਤੇ ਆਪਦੇ ਤੋਂ ਹੀ ਡਰਾ ਲੈਂਦੇ ਹੈ। ਨਹੀਂ, ਨਿਰਭਉ ਹੋਣਾ ਹੈ, ਉਸ ਇੱਕ ਤੋਂ ਡਰਨਾ ਹੈ, ਸਾਰਿਆਂ ਦੇ ਡਰ ਚੱਕਦੇ ਨੇ। ਜਦੋਂ ਸਾਡਾ ਬਾਪੂ ਐਡਾ ਵੱਡਾ ਤੇ ਫਿਰ ਸਾਨੂੰ ਡਰਨ ਦੀ ਕੀ ਲੋੜ ਹੈ? ਨਿਰਭਉ ਹੋ ਜਾ। ਅੱਜ ਕੀ ਕਰਦੇ ਆ? ਜਿਹਦੇ ਤੋਂ ਡਰਨਾ ਉਹਦੇ ਤੋਂ ਡਰਦੇ ਨਹੀਂ ਤੇ ਦੁਨੀਆ ਤੋਂ ਹੀ ਡਰੀ ਜਾਂਦੇ ਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਉਸ ਸਾਧ ਸੰਗਤ ਵਿੱਚ ਉਸ ਦੀ ਸਿਫਤ ਸਲਾਹ ਕੀਤੇ ਭਰਮ ਮਿਟ ਜਾਂਦੇ ਆ। ਅੱਗੇ ਗੁਰੂ ਸਾਹਿਬ ਕਲਿਆਣ ਮਹੱਲਾ ਪੰਜਵਾਂ। ਗੁਣ ਨਾਦ ਧੁਨ ਆਨੰਦ ਆਨੰਦ ਵੇਦ, ਕਥਤ ਸੁਣਤ ਮੁਨ ਜਨਾ ਮਿਲ ਸੰਤ ਮੰਡਲੀ ਰਹਾਓ। ਗੁਰੂ ਸਾਹਿਬ ਕਹਿੰਦੇ ਪਰਮਾਤਮਾ ਦੇ ਗੁਣ ਗਾਵਣੇ ਜੋਗੀਆਂ ਦੇ ਨਾਦ ਵਜਾਨੇ ਹਨ। ਪ੍ਰਭੂ ਦੇ ਗੁਣ ਗਾਵਣ ਤੋਂ ਪੈਦਾ ਹੋਈ ਆਨੰਦ ਦੀ ਰੋਹ ਹੀ ਵੇਦ ਹਨ। ਗੁਰੂ ਸਾਹਿਬ ਕਹਿੰਦੇ ਉਹਦੇ ਗੁਣ ਗਾ ਗਾ ਕੇ, ਪਰਮਾਤਮਾ ਦੇ ਗੁਣ ਗਾ ਕੇ ਪੈਦਾ ਹੋਈ ਆਨੰਦ ਦੀ ਉਹ ਰੋਹ ਧੁਨ, ਫਿਰ ਉਹ ਅੰਦਰੋਂ ਜਦੋਂ ਉਹਦੇ ਗੁਣ ਗਾਉਣੇ ਆ, ਉਹਦੀ ਸਿਫਤ ਸਲਾਹ ਕਰਦੇ ਆ, ਫਿਰ ਆਨੰਦ ਦੀ ਅਵਸਥਾ ਆ ਜਾਂਦੀ, ਫਿਰ ਅੰਦਰ ਆਨੰਦ ਆਉਂਦਾ, ਫਿਰ ਉਹ ਧੁਨ ਚੱਲਦੀ ਅੰਦਰ। ਅੱਜ ਕਿਉਂ ਨਹੀਂ ਆਨੰਦ ਆ ਰਿਹਾ? ਕਿਉਂ ਨਹੀਂ ਧੁਨ ਚੱਲ ਰਹੀ? ਕਿਉਂਕਿ ਮਨ ਤਾਂ ਕਲਪਨਾ ਕਲੇਸ਼ 'ਚ। ਬਾਣੀ ਵੀ ਪੜ੍ਹੀ ਜਾਂਦੇ ਆ, 5 ਬਾਣੀਆਂ ਦਾ ਪਾਠ ਵੀ ਕਰੀ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਵੀ ਪੜ੍ਹੀ ਜਾਂਦੇ ਆ, ਪਰ ਕਿਉਂ ਨਹੀਂ ਆਨੰਦ? ਕਿਉਂ ਨਹੀਂ ਆ ਰਿਹਾ ਆਨੰਦ? ਸਾਹਿਬ ਦੀ ਬਾਣੀ ਤਾਂ ਪੜ੍ਹ ਰਹੇ ਆ, ਪਰ ਆਨੰਦ ਕਿਉਂ ਨਹੀਂ ਆ ਰਿਹਾ? ਕਦੇ ਸੋਚੀਏ ਤਾਂ ਸਹੀ, ਕਮੀ ਕਿੱਥੇ ਹੈ? ਕਮੀ ਆਪਣੇ ਵਿੱਚ ਹੈ ਸਾਧ ਸੰਗਤ ਜੀ। ਬਾਣੀ ਤਾਂ ਇੱਕ ਇੱਕ ਸ਼ਬਦ ਆਨੰਦ ਦੀ ਅਵਸਥਾ 'ਚ ਲੈ ਕੇ ਜਾਂਦਾ, ਇੱਕ ਇੱਕ ਸ਼ਬਦ। ਕਿਉਂ ਨਹੀਂ ਆਨੰਦ ਆਇਆ? ਇੱਥੇ ਕਮੀ ਸਾਡੇ ਵਿੱਚ। ਅਸੀਂ ਬਾਣੀ ਪੜ੍ਹਨ ਤੱਕ ਸੀਮਿਤ ਰਹਿ ਗਏ, ਜਦੋਂ ਕਿ ਬਾਣੀ ਨੂੰ ਵਿਚਾਰਨਾ ਸੀ, ਅੰਦਰ ਲੈ ਕੇ ਜਾਣਾ ਸੀ। ਅਸੀਂ ਤਾਂ ਕੁਰਲੀਆਂ ਕਰਦੇ ਰਹਿ ਗਏ, ਅਸੀਂ ਤਾਂ ਟਾਈਮ ਦੇਖਦੇ ਰਹਿ ਗਏ। ਸੂਈ ਬੰਨੀ ਸਾਡਾ ਧਿਆਨ ਹੁੰਦਾ, ਇੰਨਾ ਟਾਈਮ 'ਚ ਕਿੰਨੀ ਬਾਣੀ ਪੜ੍ਹੀ ਗਈ। ਪੇਜ ਦੇ ਵਿੱਚ ਪਹਿਲਾਂ ਹੀ ਉਂਗਲ ਪਾ ਕੇ ਰੱਖਦੇ ਹਾਂ ਵੀ ਕਿਤੇ ਪੇਜ ਪਲਟਣ 'ਤੇ ਟਾਈਮ ਨਾ ਲੱਗ ਜੇ। ਅਤੇ ਉਦੋਂ ਸੁਰਤ ਵੀ ਕੰਮਾਂ ਦੇ ਵਿੱਚ ਵੀ ਦਵਾ ਦਵ ਨਿਬੇੜ ਕੇ ਆਹ ਕੰਮ ਕਰਨਾ। ਆਹ ਹਾਲ ਹੀ ਹੈ ਨਾ ਆਪਣਾ। ਜਦੋਂ ਕਿ ਬਾਣੀ ਮਨ ਨੇ ਪੜ੍ਹਨੀ ਸੀ। ਗੱਲ ਹੀ ਸਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨ ਦੀ ਆ। ਮਨ ਨੂੰ ਸਵਾਰਨਾ। ਮਨ ਵਿਸ਼ੇ ਵਿਕਾਰਾਂ ਦੀ ਜ਼ਹਿਰ ਖਾਂਦਾ, ਮਨ ਕਲਪਨਾ 'ਚ ਜਾਂਦਾ, ਮਨ ਹੀ ਜੂਨਾਂ 'ਚ ਜਾਂਦਾ, ਅਤੇ ਮਨ ਨੂੰ ਹੀ ਬਾਣੀ ਸੁਣਾਉਣੀ ਸੀ। ਮਨ ਦੀ ਹੀ ਖੁਰਾਕ ਗੁਰਬਾਣੀ ਸੀ। ਅਤੇ ਆਪਾਂ ਅਫਸੋਸ ਤਨ ਨੂੰ ਪੜ੍ਹਾਈ ਗਏ। ਫਿਰ ਤਨ ਨੂੰ ਪੜ੍ਹਾਉਣ ਦਾ ਰਿਜ਼ਲਟ ਤਾਂ ਆਪਣੇ ਸਾਹਮਣੇ ਹੀ ਹੈ। ਨਹੀਂ, ਜਦੋਂ ਕਿ ਮਨ ਨੂੰ ਪੜ੍ਹਾਉਣੀ ਸੀ, ਪਤਾ ਲੱਗ ਜਾਂਦਾ ਵੀ ਆਨੰਦ ਸਾਹਿਬ ਕੀਤਾ, ਅਤੇ ਉਹ ਆਨੰਦ ਦੀ ਅਵਸਥਾ ਅੰਦਰੋਂ ਕਿਵੇਂ ਬਣਦੀ ਹੈ। ਉਹ ਆਨੰਦ ਜਿਹੜਾ ਆ ਕੇ ਕਦੇ ਵੀ ਜਾਂਦਾ ਨਹੀਂ। ਵਾਹਿਗੁਰੂ ਵਾਹਿਗੁਰੂ। ਹਮੇਸ਼ਾ ਆਨੰਦ ਦੇ ਵਿੱਚ। ਆ ਦੂਜੇ ਦੁਨਿਆਵੀ ਆਨੰਦ ਤਾਂ ਕੋਈ ਘੰਟੇ ਵਾਸਤੇ, ਕੋਈ ਅੱਧੇ ਘੰਟੇ ਵਾਸਤੇ। ਹਜੇ ਆਨੰਦ ਆਇਆ ਹੀ ਹੁੰਦਾ, ਆਪਾਂ ਕਹਿੰਦੇ ਆਹ ਆਨੰਦ ਆ ਗਿਆ। ਉਦੋਂ ਨੂੰ ਮਨ ਨੇ ਹੋਰ ਕਲਪਨਾ ਕਲੇਸ਼ ਚੱਕੀ, ਤਾਂ ਉਹ ਆਨੰਦ ਕਿੱਧਰ ਗਿਆ? ਕੋਈ ਚੀਜ਼ ਖਾਂਦੇ ਪੀਂਦੇ, ਕਹਿੰਦੇ ਆਹ ਖਾ ਕੇ ਆਨੰਦ ਆ ਗਿਆ। ਕੋਈ ਚੀਜ਼ ਦੇਖਦੇ ਹਨ, ਦੇਖ ਕੇ ਆਨੰਦ ਆ ਗਿਆ। ਪਰ ਜਦੋਂ ਉਦੋਂ ਹੀ ਮਨ ਨੂੰ ਕੋਈ ਹੋਰ ਗੱਲ ਸੁਣ ਗਈ, ਕਲਪਨਾ ਕਲੇਸ਼ ਪੈ ਗਿਆ, ਉਦੋਂ ਆਨੰਦ ਕਿੱਧਰ ਗਿਆ? ਉਹ ਆਨੰਦ ਨਹੀਂ, ਸਦੀਵੀ ਆਨੰਦ ਦੀ ਗੱਲ ਕਰਦੇ ਗੁਰੂ ਸਾਹਿਬ। ਇੱਕ ਸਾਰ ਹਮੇਸ਼ਾ। ਦੁੱਖ ਸੁੱਖ ਦੋਨੋਂ ਸਮ ਕਰ ਜਾਣਾ। ਦੁੱਖ ਸੁੱਖ ਫਿਰ ਬਰਾਬਰ ਲੱਗਦੇ, ਫਿਰ ਦੁੱਖ ਦੁੱਖ ਨਹੀਂ ਲੱਗਦਾ, ਸੁੱਖ ਸੁੱਖ ਨਹੀਂ ਲੱਗਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਗੇ ਗੁਰੂ ਸਾਹਿਬ ਕਹਿੰਦੇ ਕਥਤ ਸੁਣਤ ਮੁਨ ਜਲਾ ਮਿਲ ਸੰਤ ਮੰਡਲੀ ਰਹਾਓ। ਉਹ ਸੇਵਕ ਜਿਨ੍ਹਾਂ ਨੇ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਚੁੱਪ ਕਰਾ ਲਿਆ ਹੁੰਦਾ ਹੈ, ਸਾਧ ਸੰਗਤ ਵਿੱਚ ਮਿਲ ਕੇ ਇਹ ਗੁਣ ਗਾਉਂਦੇ ਹਨ ਅਤੇ ਸੁਣਦੇ ਹਨ। ਗੁਰੂ ਸਾਹਿਬ ਕਹਿੰਦੇ ਉਹ ਸੇਵਕ, ਉਹ ਅਸਲੀ ਸੇਵਕ ਹੈ ਜਿਹਨੇ ਆਪਣੇ ਮਨ ਨੂੰ ਚੁੱਪ ਕਰਾ ਲਿਆ। ਹੁਣ ਸੰਗਤ ਜੀ ਦੇਖੀਏ, ਕਿਤੇ ਨਾ ਕਿਤੇ ਆਪਾਂ ਚੁੱਪ ਕਰੇ ਬੈਠੇ ਹੁੰਦੇ ਹਾਂ, ਪਰ ਮਨ ਤਾਂ ਨਹੀਂ ਨਾ ਚੁੱਪ ਕਰਕੇ ਬੈਠਦਾ। ਜਿੰਨਾ ਹੀ ਆਪਾਂ ਇਕਾਂਤ 'ਚ ਇਕੱਲੇ ਬੈਠੇ ਹੋਵਾਂਗੇ, ਮਨ ਓਨਾ ਹੀ ਸ਼ੋਰ ਕਰੀ ਜਾਂਦਾ ਹੋਊਗਾ। ਕਦੇ ਦੇਖੀਏ, ਮਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਓਨਾ ਹੀ ਕਦੇ ਕਿਸੇ ਨਾਲ, ਕਦੇ ਕਿਤੇ, ਜਾਂ ਰਿਸ਼ਤੇਦਾਰੀਆਂ 'ਚ, ਜਾਂ ਘਰ ਪਰਿਵਾਰ ਦੇ ਮੈਂਬਰਾਂ ਨਾਲ
ਜਾਂ ਆਂਢ ਗੁਆਂਢ 'ਚ ਜਾਂ ਪਿੰਡ 'ਚ ਕਿਸੇ ਨਾਲ ਵੀ ਇਹ ਲੜਾਈ ਝਗੜੇ ਜਾਂ ਕਿਸੇ ਨਾਲ ਵੀ ਗੱਲਾਂ ਕਰਦਾ ਹੋਊਗਾ, ਇਹ ਸਰੀਰ ਚੁੱਪ ਕਰਿਆ ਬੈਠਾ ਹੈ। ਮਨ ਤਾਂ ਫਿਰਦਾ ਹੁੰਦਾ ਵੀ ਸ਼ਿਵ ਵਿਕਾਰਾਂ ਦੀ ਜ਼ਹਿਰ ਖਾਂਦਾ। ਇਹ ਤਾਂ ਪਤਾ ਨਹੀਂ ਆਸਟ੍ਰੇਲੀਆ, ਕਨਾਡਾ, ਅਮਰੀਕਾ ਕਿੱਥੇ ਕਿੱਥੇ ਜਾ ਆਉਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਉਹ ਅਸਲੀ ਸੇਵਕ ਹੈ, ਉਹ ਅਸਲੀ ਭਗਤ ਹੈ ਜਿਹਨੇ ਮਨ ਨੂੰ ਵਿਕਾਰਾਂ ਵੱਲੋਂ ਚੁੱਪ ਕਰਾ ਲਿਆ। ਸੇ ਬੜਭਾਗੀ ਜਿਨ ਸ਼ਬਦ ਪਛਾਨਿਆ, ਬਾਹਰ ਜਾਤਾ ਘਰ ਮੇ ਆਨਿਆ। ਉਹ ਵੱਡੇ ਭਾਗਾਂ ਵਾਲੇ ਜਿਹਨੇ ਭਟਕਦੇ ਹੋਏ ਮਨ ਨੂੰ ਘਰੇ ਰੋਕ ਕੇ ਰੱਖਿਆ। ਆਪਾਂ ਨੂੰ ਇਹ ਨਹੀਂ ਪਤਾ ਮਨ ਹੈ ਕਿ ਮਨ ਨੂੰ ਰੋਕਣਾ ਕਿਵੇਂ ਹੈ। ਇਹ ਮਨ ਵਿਸ਼ੇ ਵਿਕਾਰਾਂ ਦੀ ਜ਼ਹਿਰ ਕੀ ਹੈ, ਕਿਵੇਂ ਖਾਂਦਾ ਹੈ, ਨਾ ਪਤਾ ਹੀ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਜਿਉਂ ਮੰਦਰ ਕੋ ਥਾਮੈ ਥੰਮਣ, ਗੁਰ ਕਾ ਸ਼ਬਦ ਮਨੈ ਅਸਥੰਮਣ। ਗੁਰੂ ਦੇ ਸ਼ਬਦ ਨਾਲ ਇਹਨੂੰ ਥੰਮ ਲਾਉਣਾ। ਤੇ ਸਾਧ ਸੰਗਤ ਵਿੱਚ ਮਿਲ ਕੇ ਇਹ ਗੁਣ ਗਾਏ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਸਾਧ ਸੰਗਤ ਵਿੱਚ ਮਿਲ ਕੇ ਜਦੋਂ ਉਹਦੇ ਗੁਣਗਾਨ ਗਾਉਣੇ ਆ, ਉਹਦੀ ਸਿਫਤ ਸਲਾਹ ਕਰਦੇ ਆ, ਸੁਣਦੇ ਆ, ਫਿਰ ਗੁਰੂ ਸਾਹਿਬ ਕਹਿੰਦੇ ਇਹ ਮਨ ਵਿਕਾਰਾਂ ਵੱਲੋਂ ਮੁੜ ਆਉਂਦਾ। ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਨਾਨਾ ਨਾ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਨਿੰਦਾ ਭਲੀ ਕਿਸੇ ਕੀ ਨਾਹੀ ਨਾ ਭਾਈ। ਇਹ ਮਨ ਨੂੰ ਸਮਝਾਉਣਾ, ਬਾਣੀ ਹੀ ਮਨ ਵਾਸਤੇ ਹੈ। ਸਾਰੀ ਖੇਡ ਹੀ ਇਹ ਸੰਸਾਰ ਤੇ ਮਨ ਦੀ ਚੱਲ ਰਹੀ ਹੈ। ਜੂਨਾਂ ਵਿੱਚ ਵੀ ਮਨ ਪੈ ਰਿਹਾ ਸੰਗਤ ਜੀ, ਤੇ ਮਨ ਨੂੰ ਅੱਜ ਸਵਾਰਨਾ। ਸਵਾਰਨਾ ਕਿਵੇਂ? ਗੁਰਬਾਣੀ ਦੀ ਖੁਰਾਕ ਦੇ ਕੇ। ਆਪਾਂ ਇਹਨੂੰ ਘਾਸ ਫੂਸ ਹੀ ਖਵਾਈ ਗਏ, ਘਾਸ ਫੂਸ ਨਾਲ ਇਹ ਰੱਜਦਾ। ਇਹ ਤਾਂ ਹੋਰ ਤ੍ਰਿਸ਼ਨਾ ਹੋਰ ਜਦੋਂ ਕਿ ਇਹਦੀ ਖੁਰਾਕ ਸੀ ਗੁਰਬਾਣੀ, ਤੇ ਆਪਾਂ ਖਵਾਉਂਦੇ ਰਹੇ ਇਹਨੂੰ ਵਿਸ਼ੇ ਵਿਕਾਰਾਂ ਦੀ ਜ਼ਹਿਰ। ਇਹ ਰੱਜਦਾ ਕਿਉਂ ਨਹੀਂ? ਕਮੀ ਇੱਥੇ ਰਹਿ ਗਈ ਤਾਂ ਹੋਰ ਰੱਜਿਆ ਕਿਉਂ ਨਹੀਂ? ਇਹਨੂੰ ਆਪਦੀ ਅਸਲੀ ਖੁਰਾਕ ਨਹੀਂ ਮਿਲੀ। ਇਹਦੀ ਅਸਲੀ ਖੁਰਾਕ ਸੀ ਗੁਰਬਾਣੀ। ਵਾਹਿਗੁਰੂ ਵਾਹਿਗੁਰੂ। ਅੱਗੇ ਗੁਰੂ ਸਾਹਿਬ ਸਮਝਾਉਣਾ ਕਰਦੇ, ਗਿਆਨ ਧਿਆਨ ਮਾਨ ਦਾਨ, ਮਨ ਰਸਿਕ ਰਸਨ ਨਾਮ ਜਪਤ ਤਹਿ ਪਾਪ ਖੰਡਲੀ। ਸਾਧ ਸੰਗਤ ਵਿੱਚ ਜਿੱਥੇ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਕਹਿੰਦੇ ਐਸੀ ਸਾਧ ਸੰਗਤ ਜਿੱਥੇ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੋ ਜਾਂਦੀ ਹੈ, ਜਿੱਥੇ ਪ੍ਰਭੂ ਚਰਨਾਂ ਵਿੱਚ ਸੁਰਤ ਜੁੜਦੀ ਹੈ। ਸੁਰਤ ਨੂੰ ਜੋੜਨਾ ਸੰਗਤ ਜੀ, ਸਾਰੀ ਗੱਲ ਸੁਰਤ ਦੀ ਹੈ। ਉਸ ਪਰਮਾਤਮਾ ਨਾਲ ਸੁਰਤ ਨੂੰ ਜੋੜਨਾ, ਜਿੱਥੇ ਹਰ ਨਾਮ ਨਾਲ ਪਿਆਰ ਬਣਦਾ ਹੈ। ਸੁਰਤ ਜੋੜ ਕੇ ਫਿਰ ਉਸ ਪਰਮਾਤਮਾ ਨਾਲ ਜਦੋਂ ਪਿਆਰ ਬਣਦਾ, ਜੇ ਸੁਰਤ ਜੁੜੂਗੀ ਉਹਦੇ ਨਾਲ ਪਿਆਰ ਪਊਗਾ ਨਾ। ਜਿੱਥੇ ਹਰ ਨਾਮ ਹੋਰਨਾਂ ਨੂੰ ਵੰਡਿਆ ਜਾਂਦਾ, ਉੱਥੇ ਰਸੀਏ ਮਨ ਆਪਣੀ ਜੀਵ ਨਾਲ ਨਾਮ ਜਪਦੇ ਹਨ, ਉੱਥੇ ਸਾਰੇ ਪਾਪ ਨਾਸ਼ ਹੋ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਦੇਖੋ, ਇੱਕ ਨਹੀਂ ਕਿਹਾ, ਦੋ ਨਹੀਂ ਕਿਹਾ, ਤਿੰਨ ਨਹੀਂ ਕਿਹਾ, ਸਾਰੇ ਪਾਪ ਨਾਸ਼ ਹੋ ਜਾਂਦੇ ਆ। ਪਰ ਕਦੋਂ? ਜਦੋਂ ਤੇਰਾ ਉਹਦੇ ਨਾਲ ਪਿਆਰ ਪਊਗਾ, ਜਦੋਂ ਤੇਰੀ ਸੁਰਤ ਜੁੜੂਗੀ, ਜਦੋਂ ਤੂੰ ਇਹ ਆਪ ਜਪੇਂਗਾ ਤਾਂ ਦੂਜੇ ਨੂੰ ਜਪਾਏਂਗਾ, ਜੀਵ ਨਾਲ ਨਾਮ ਜਪੇਂਗਾ, ਤਾਂ ਤੇਰੇ ਸਾਰੇ ਪਾਪ ਨਾਸ਼ ਹੋ ਜਾਣੇ। ਵਾਹਿਗੁਰੂ ਵਾਹਿਗੁਰੂ। ਅੱਗੇ ਗੁਰੂ ਸਾਹਿਬ ਕਹਿੰਦੇ ਜੋਗ ਜੁਗਤ ਗਿਆਨ ਭੁਗਤ, ਸੁਰਤ ਸ਼ਬਦ ਤਤ ਬੇਤੇ, ਜਪ ਤਪ ਅਖੰਡਲੀ। ਪ੍ਰਭੂ ਨਾਲ ਮਿਲਾਪ ਦੀ ਜੁਗਤ ਦੇ ਭੇਦ ਨੂੰ ਜਾਣਨ ਵਾਲੇ, ਆਤਮਿਕ ਜੀਵਨ ਦੀ ਸੂਝ ਰੂਪ ਆਤਮਿਕ ਖੁਰਾਕ ਦੇ ਭੇਦ ਨੂੰ ਜਾਣਨ ਵਾਲੇ, ਗੁਰੂ ਦੇ ਸ਼ਬਦ ਦੀ ਲਗਨ ਦੇ ਭੇਦ ਨੂੰ ਜਾਣਨ ਵਾਲੇ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਇਹੀ ਨਾਮ ਸਿਮਰਨ ਦਾ ਜਪ ਅਤੇ ਤਪ ਸਦਾ ਕਰਦੇ ਹਨ। ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਕਹਿੰਦੇ ਫਿਰ ਉਹ ਸ਼ਬਦ ਨਾਲ ਜੁੜ ਕੇ ਸ਼ਬਦ ਦੀ ਲਗਨ ਦੇ ਭੇਦ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ। ਸਾਧ ਸੰਗਤ ਵਿੱਚ ਟਿਕ ਕੇ ਮਨ ਨਾਲ ਉਸ ਦਾ ਸਿਮਰਨ ਕਰਦੇ ਆ, ਉਸ ਦਾ ਜਪ ਕਰਦੇ ਆ। ਫਿਰ ਗੁਰੂ ਸਾਹਿਬ ਕਹਿੰਦੇ ਇਹੀ ਜਪ ਅਤੇ ਤਪ ਸਦਾ ਕਰਦੇ ਰਹਿੰਦੇ ਆ। ਫਿਰ ਪ੍ਰਭੂ ਨਾਲ ਮਿਲਾਪ ਹੋ ਜਾਂਦਾ। ਓਤ ਪੋਤ ਮਿਲ ਜੋਤ ਨਾਨਕ, ਕਛੂ ਦੁੱਖ ਨ ਡੰਡਲੀ। ਗੁਰੂ ਸਾਹਿਬ ਕਹਿੰਦੇ ਉਹ ਮਨੁੱਖ ਰੱਬੀ ਜੋਤ ਨਾਲ ਮਿਲ ਕੇ ਤਾਣੇ ਪੇਟੇ ਵਾਂਗ ਉਸ ਨਾਲ ਇੱਕ ਰੂਪ ਹੋ ਜਾਂਦੇ ਹਨ। ਉਹਨਾਂ ਨੂੰ ਕੋਈ ਵੀ ਦੁੱਖ ਦੁਖੀ ਨਹੀਂ ਕਰ ਸਕਦਾ। ਵਾਹਿਗੁਰੂ ਵਾਹਿਗੁਰੂ। ਫਿਰ ਗੁਰੂ ਸਾਹਿਬ ਕਹਿੰਦੇ ਉਹ ਜੋਤ ਨਾਲ ਮਿਲ ਜਾਂਦੇ ਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੋਤ ਉਸ ਨਾਲ ਮਿਲ ਜਾਂਦੀ ਹੈ, ਫਿਰ ਇੱਕ ਰੂਪ ਹੋ ਜਾਂਦੀ ਹੈ। ਉਹਨਾਂ ਨੂੰ ਕੋਈ ਵੀ ਦੁਖੀ ਨਹੀਂ ਕਰ ਸਕਦਾ, ਕਿਉਂਕਿ ਦੁੱਖ ਕੀ ਹੈ? ਮਨ ਨੂੰ ਦੁੱਖ ਲੱਗਦੇ ਆ ਨਾ। ਫਿਰ ਗੁਰੂ ਸਾਹਿਬ ਕਹਿੰਦੇ ਜਦੋਂ ਉਸ ਦੀ ਸਿਫਤ ਸਲਾਹ ਕਰਦੇ ਆ, ਜੋਤ ਉਸ ਨਾਲ ਮਿਲ ਜਾਂਦੀ ਹੈ, ਫਿਰ ਇੱਕ ਰੂਪ ਹੋ ਜਾਂਦੇ, ਫਿਰ ਉਹਨਾਂ ਨੂੰ ਕੋਈ ਵੀ ਦੁਖੀ ਨਹੀਂ ਕਰ ਸਕਦਾ। ਵਾਹਿਗੁਰੂ ਇਹ ਅਵਸਥਾ ਸਾਡੀ ਬਣਾਓ।
ਬਣਾਓ ਆਪਣੇ ਰੰਗ ਵਿੱਚ ਰੰਗੋ ਵਾਹਿਗੁਰੂ ਸੱਚਾ ਸਤਿਗੁਰੂ ਰੰਗੋ। ਨਾਮ ਦੀ ਦਾਤ ਦਿਓ ਵਾਹਿਗੁਰੂ, ਬਖਸ਼ੋ ਬਖਸ਼ੋ ਸਾਨੂੰ ਚੜ੍ਹਦੀ ਕਲਾ, ਬਖਸ਼ੋ ਸਾਨੂੰ ਆਨੰਦ, ਬਖਸ਼ੋ ਸਾਨੂੰ ਸਵਾਸ ਸਵਾਸ ਸਿਮਰਨ ਬਖਸ਼ੋ ਵਾਹਿਗੁਰੂ। ਵਾਹਿਗੁਰੂ ਅਸੀਂ ਬਹੁਤ ਦੂਰ ਹੈ ਵਾਹਿਗੁਰੂ, ਪਰ ਸਾਨੂੰ ਚਾਹਤ ਬਹੁਤ ਹੈ, ਤੇਰੇ ਬੱਚੇ ਆ ਵਾਹਿਗੁਰੂ। ਤਰਲੇ ਪਾਪਾ ਤੇਰੇ ਤੋਂ ਨਾਮ ਦੀ ਦਾਤ ਮੰਗਦੇ ਆ ਵਾਹਿਗੁਰੂ। ਵਾਹਿਗੁਰੂ ਨਾਮ ਦੀ ਦਾਤ ਬਖਸ਼ੋ ਬਖਸ਼ੋ, ਤੁਸੀਂ ਤਾਂ ਬਹੁਤ ਦਿਆਲੂ ਹੋ ਵਾਹਿਗੁਰੂ, ਕਿਰਪਾਲੂ ਹੋ ਵਾਹਿਗੁਰੂ। ਕਿਰਪਾ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਨਾਮ ਦੀ ਦਾਤ ਬਖਸ਼ੋ ਵਾਹਿਗੁਰੂ, ਜਿਹਦੇ ਨਾਲ ਸਾਨੂੰ ਦੁੱਖ ਸੁੱਖ ਬਰਾਬਰ ਲੱਗਣ ਵਾਹਿਗੁਰੂ। ਵਾਹਿਗੁਰੂ ਹਾਂਜੀ ਸੰਗਤ ਜੀ, ਗੁਰਬਾਣੀ ਪੜ੍ਹਦਿਆਂ ਤੋਂ ਵਿਚਾਰ ਕਰਦਿਆਂ ਤੋਂ ਕੋਈ ਗਲਤੀ ਹੋ ਗਈ ਹੋਵੇ, ਭੁੱਲ ਚੁੱਕ ਮਾਫ਼ ਕਰਨਾ, ਅੱਗੇ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਵਾਹਿਗੁਰੂ। ਵਾਹਿਗੁਰੂ ਸਹੀ ਪਿਆਰੇ ਮੇਲ ਨਾ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਤੂੰ ਚੇਤੇ ਆਵੇਂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। कोई अगर न तेरी बातें, अबर न तेरी बातें।